ਭਲਿਓ ਮੇਰੀ ਤਰਫੋਂ, ਮੇਰੀ ਫੈਮਿਲੀ ਦੀ ਤਰਫੋਂ ਤੇ ਨੀਦਰਲੈਂਡ ਦੀ ਕਲੀਸਿਆ ਦੀ ਤਰਫੋਂ ਸਾਰੇ ਫੇਸਬੁੱਕ ਤੇ YouTube ਤੇ ਕਲਾਮ ਸੁਣਨ ਵਾਲਿਆਂ ਨੂੰ ਸਲਾਮ ਪਹੁੰਚੇ। ਉਸ ਦੀ ਸਲਾਮਤੀ ਤੁਹਾਡੇ ਉੱਤੇ ਹੋਵੇ, ਤੁਹਾਡੀ ਆਲ ਔਲਾਦ ਦੇ ਉੱਤੇ ਹੋਵੇ। YouTube ਤੇ ਮੇਰੇ ਚੈਨਲ ਦਾ ਨਾਮ ਹੈ ਰੱਬ ਦੀਆਂ ਗੱਲਾਂ, ਕਿਉਂਕਿ ਮੈਂ ਪਾਕਿਸਤਾਨ ਪੰਜਾਬ ਤੋਂ ਰਹਿਣ ਵਾਲਾ, ਇਸ ਕਰਕੇ ਮੈਂ ਯੂਰਪ 'ਚ ਵੀ ਆ ਗਿਆ ਹੈ, ਲੇਕਿਨ ਮੇਰੇ ਚੈਨਲ ਦਾ ਨਾਮ ਹੈ ਰੱਬ ਦੀਆਂ ਗੱਲਾਂ, ਕਿਉਂਕਿ ਮੈਂ ਪੰਜਾਬੀ ਬੰਦਾ ਹਾਂ। ਤੇ ਸਾਡਾ ਖੁਦਾ ਵੀ ਸਾਫ ਕੋਈ ਨਾ ਗੱਲਾਂ ਕਰਦਾ ਹੈ, ਨਿੱਧਰੀਆਂ ਪੱਧਰੀਆਂ ਗੱਲਾਂ ਕਰਦਾ ਹੈ। ਅਮਸਾਲ ਦੀ ਕਿਤਾਬ 8 ਬਾਬ ਤੇ 8 ਐਤ ਨੂੰ ਪੜ੍ਹੀਏ ਤੇ ਲਿਖਿਆ ਮਿਲਦਾ ਹੈ, ਤੇਰਾ ਰੱਬ ਬੜਾ ਸਾਦਾ ਹੀ ਤੇ ਸਾਦਾ ਸਾਦਾ ਉਹ ਗੱਲਾਂ ਕਰਦਾ ਹੈ, ਤੇ ਉਹਦੀਆਂ ਗੱਲਾਂ ਦੇ ਵਿੱਚ ਕੋਈ ਵੀ ਟੇੜਾ ਤੁਰਛਾ ਕੋਈ ਨਹੀਂਗਾ ਜਿਹੜਾ ਕਿਸੇ ਨੂੰ ਸਮਝ ਦੇ ਵਿੱਚ ਨਾ ਆਵੇ। ਇਸ ਕਰਕੇ ਉਹਦੀਆਂ ਗੱਲਾਂ ਸਮਝ ਲਈਏ। ਉਹਦੀਆਂ ਗੱਲਾਂ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਆ, ਤੇ ਉਹਦੀਆਂ ਗੱਲਾਂ ਗਾਂ ਲੋਕਾਂ ਨੂੰ ਵੀ ਦੱਸ ਲਈਏ, ਕਿਉਂਕਿ ਮਕਾਸ਼ਵਾ ਦੀ ਕਿਤਾਬ 22 ਬਾਬ ਤੇ 10 ਐਤ ਲਿਖਿਆ ਮਿਲਦਾ ਹੈ ਕਿ ਤੂੰ ਇਸ ਨਬੂਵਤ ਦੀਆਂ ਗੱਲਾਂ ਨੂੰ ਪਸ਼ੀਦਾ ਨਾ ਰੱਖੀ, ਕਿਉਂਕਿ ਵਕਤ ਨਜ਼ਦੀਕ ਹੈ। ਇਸ ਕਰਕੇ ਮੱਤੀ 10 ਬਾਬ 27 ਐਤ ਦੇ ਵਿੱਚ ਵੀ ਉਸ ਦੇ ਪੁੱਤਰ ਨੇ ਆਖਿਆ, ਯਾਨੀ ਸਾਡੇ ਖੁਦਾਵੰਦ ਯਿਸੂ ਮਸੀਹ ਨੇ, ਕਿ ਜਿਸ ਗੱਲ ਦਾ ਤੈਨੂੰ ਹਨੇਰੇ 'ਚ ਪਤਾ ਲੱਗ ਜਾਵੇ ਉਸ ਗੱਲ ਨੂੰ ਤੂੰ ਉਜਾਲੇ 'ਚ ਕਰ ਦਵੀਂ। ਕੰਨ 'ਚ ਪੈ ਜੇ ਕੋਠੇ ਤੇ ਚੜੀ ਤੇ ਮਨਾਦੀ ਕਰੀ, ਤੇ ਉਸ ਤੋਂ ਨਾ ਡਰੀ ਜਿਹੜੇ ਬਦਨ ਨੂੰ ਕਤਲ ਕਰਦੇ ਨੇ, ਕਿਉਂਕਿ ਇਹਦੇ ਸਵਾਬੋਂ ਲੋਕ ਕਤਲ ਵੀ ਕਰਦੇ ਨੇ। ਇਸ ਕਰਕੇ ਅਗਰ ਨਹੀਂ ਕਰਦੇ ਤੇ ਬੁਜ਼ਦਲ ਨਾ, ਕਿਉਂਕਿ ਮਕਾਸ਼ਵਾ 22 ਬਾਬ 10 ਐਤ 'ਚ ਆਖਿਆ ਕਿ ਇਸ ਨਬੂਵਤ ਦੀਆਂ ਗੱਲਾਂ ਨੂੰ ਪਸ਼ੀਦਾ ਨਾ ਰੱਖੀ। ਅਸੀਂ ਡਰਦਿਆਂ ਗੱਲ ਨਹੀਂ ਕਰਦੇ, ਮਨਾਦੀ ਨਹੀਂ ਕਰਦੇ। ਹਾਲਾਂਕਿ ਯਸਾਇਆ 62 ਬਾਬ 6 ਐਤ 'ਚ ਲਿਖਿਆ, ਯਰੂਸ਼ਲਮ ਮੈਂ ਤੇਰੀਆਂ ਦੀਵਾਰਾਂ ਦੇ ਉੱਤੇ ਨਿਗਹਿਬਾਨ ਜਿਨ੍ਹਾਂ ਨੂੰ ਨਜ਼ਰ ਆਉਂਦਾ ਹੈ ਉਹ ਮੁਕੱਰਰ ਕੀਤੇ ਨੇ, ਤੇ ਉਹ ਦਿਨ ਤੇ ਰਾਤ ਕਦੀ ਖਾਮੋਸ਼ ਨਹੀਂ ਹੋਣਗੇ। ਤੇ ਲਿਖਿਆ, ਖੁਦਾਵੰਦ ਦਾ ਜ਼ਿਕਰ ਕਰਨ ਵਾਲਿਓ ਤੁਸੀਂ ਖਾਮੋਸ਼ ਨਾ ਹੋਇਓ। ਇਸ ਕਰਕੇ ਕਲਾਮ ਦਾ ਜ਼ਿਕਰ ਕਰਨ ਵਾਲੇ, ਕਲਾਮ ਦੀ ਗੱਲ ਕਰਨ ਵਾਲੇ ਅਗਰ ਖਾਮੋਸ਼ ਹੁੰਦੇ ਨੇ ਤੇ ਉਹਨਾਂ ਕੋਲ ਫਿਰ ਰੱਬ ਉਹਨਾਂ ਗੱਲਾਂ ਦਾ ਹਿਸਾਬ ਲਏਗਾ, ਕਿਉਂਕਿ ਅਮਸਾਲ 10 ਬਾਬ ਤੇ 21 ਐਤ ਦੇ ਵਿੱਚ ਆਖਿਆ ਗਿਆ ਹੈ ਕਿ ਸਾਦਕ ਦੇ ਹੋਂਠ ਬਹੁਤਿਆਂ ਨੂੰ ਗਜ਼ਾ ਪਹੁੰਚਾਉਂਦੇ ਨੇ। ਇਸ ਕਰਕੇ ਤੁਹਾਡੀ ਹੋਂਠਾਂ 'ਚ ਗਜ਼ਾ ਹੈ, ਤੇ ਗਜ਼ਾ ਜ਼ਿੰਦਗੀ ਨੂੰ ਕਿਹਾ ਗਿਆ ਹੈ, ਜਿਹਦੇ ਨਾਲ ਕਿਸੇ ਨੂੰ ਕੁਝ ਫਾਇਦਾ ਪਹੁੰਚੇ, ਉਹਦਾ ਜਿਸਮ ਤਾਕਤ ਪਾ ਜਾਵੇ। ਤੇ ਇਹ ਗਜ਼ਾ ਸਾਡੇ ਰੂਹ ਦੀ ਗਜ਼ਾ ਹੈ। ਇਹ ਪਾਣੀ ਸਾਡੇ ਰੂਹ ਦਾ ਪਾਣੀ ਹੈ, ਕਿਉਂਕਿ ਜ਼ਬੂਰ ਨਵੀਸ ਕਹਿੰਦਾ ਹੈ, ਪਾਣੀ ਦੇ ਸੋਤਿਆਂ ਦੀ ਹਰਨੀ ਹੈ ਜਿਵੇਂ ਦਰਿਆਈ, ਤੇ ਰੂਹ ਮੇਰੀ ਇੰਜ ਜਿਵੇਂ ਰੱਬਾ ਤੇਰੀ ਤਹਾਈ ਹਾਈ। ਅਮਸਾਲ 19 ਬਾਬ ਤੇ 2 ਐਤ 'ਚ ਲਿਖਿਆ ਮਿਲਦਾ ਹੈ ਕਿ ਇਹ ਚੰਗਾ ਨਿਗਾ ਕਿ ਰੂਹ ਇਲਮ ਤੋਂ ਖਾਲੀ ਜਾਵੇ। ਇਲਮ ਸਾਡੀ ਰੂਹ ਦੀ ਗ਼ਿਜ਼ਾ ਹੈ, ਖੁਰਾਕ ਹੈ। ਪਹਿਲਾ ਸਲਾਤੀਨ 4 ਬਾਬ ਨੂੰ ਪੜ੍ਹ ਕੇ ਵੇਖ ਲਓ। ਮੁਕੱਦਸ ਏਲੀਆ ਮਨਾਦੀ ਕਰਦਾ ਕਰਦਾ, ਹੱਕ ਦੀ ਗੱਲ ਕਰਦਾ ਕਰਦਾ ਤੰਗ ਪੈ ਗਿਆ। ਕਹਿੰਦਾ ਸਾਰੇ ਨਬੀ ਕਤਲ ਕਰ ਦਿੱਤੇ ਨੇ, ਇਹਨਾਂ ਮੈਨੂੰ ਵੀ ਕਤਲ ਕਰ ਦੇਣਾ।
ਤੇ ਮੈਂ ਇਹਨਾਂ ਦੇ ਹੱਥੋਂ ਕਤਲ ਨਹੀਂ ਹੋਣਾ ਚਾਹੁੰਦਾ, ਰੱਬਾ ਤੂੰ ਮੈਨੂੰ ਮਾਰ ਦੇ। ਮੈਂ ਆਪਣੇ ਪੇ ਦਾਦੇ ਤੋਂ ਚੰਗਾ ਨੀਗਾ, ਇਸ ਕਰਕੇ ਹੁਣ ਬਸ ਕਰ, ਮੈਂ ਇਹਨਾਂ ਚੋਂ ਬਾਹਰ ਨਿਕਲ ਆਇਆ। ਲਿਖਿਆ ਏ ਇੱਕ ਜੌ ਦੀ ਪੇੜ ਥੱਲੇ ਆਣ ਕੇ ਸੌਂ ਗਿਆ ਤੇ ਰੱਬ ਕੋ ਮੌਤ ਮੰਗਣ ਡਿਆ ਕਿ ਬਸ ਮੈਨੂੰ ਮੌਤ ਦੇ ਦੇ। ਖੁਦਾਵੰਦ ਦਾ ਫਰਿਸ਼ਤਾ ਆਇਆ ਏ ਤੇ ਆਣ ਕੇ ਉਹਨੂੰ ਜਗਾਉਂਦਾ ਏ ਤੇ ਉਹਨੂੰ ਕਹਿੰਦਾ ਉੱਠ ਤੇ ਖਾ। ਜਿਸ ਲਈ ਉੱਠਦਾ ਏ ਤੇ ਵੇਖਦਾ ਕਿ ਪਾਣੀ ਦੀ ਸਰਾਈ ਰੱਖੀ ਹੋਈ ਏ ਤੇ ਕੋਲਿਆਂ ਤੇ ਪੱਕੀ ਹੋਈ ਰੋਟੀ। ਫਰਿਸ਼ਤਾ ਨੂੰ ਕਹਿੰਦਾ ਉੱਠ ਤੇ ਖਾ, ਤੇ ਉਹਨੇ ਉੱਠਿਆ ਤੇ ਫਿਰ ਖਾਧੀ, ਪਾਣੀ ਪੀਤਾ, ਫਿਰ ਸੌਂ ਗਿਆ। ਖੁਦਾਵੰਦ ਦਾ ਫਰਿਸ਼ਤਾ ਫਿਰ ਆਇਆ ਤੇ ਫਿਰ ਆਣ ਕੇ ਉਹਨੂੰ ਜਗਾਉਂਦਾ ਏ, ਕਹਿੰਦਾ ਉੱਠ ਤੇ ਖਾ, ਤੇਰਾ ਸਫ਼ਰ ਬੜਾ ਲੰਬਾ ਏ, ਤੂੰ ਹੂਰ ਪਹਾੜ ਤੇ ਚੜ੍ਹਨਾ ਹੈ। ਸੋ ਭਲਿਓ ਸਾਡੀ ਰੂਹ ਨੇ ਤੇ ਅਸਮਾਨ ਤੇ ਚੜ੍ਹਨਾ ਹੈ, ਹਵਾ 'ਚ ਉੱਡ ਕੇ ਇਸਤਕਬਾਲ ਕਰਨਾ ਹੈ। ਭੁੱਖੀ ਪਿਆਸੀ ਰੂਹ ਕਿਵੇਂ ਉੱਡੇਗੀ? ਅਯੂਬ 23:12 'ਚ ਲਿਖਿਆ, ਮੈਂ ਉਸ ਦੇ ਲਬਾਂ ਦੇ ਹੁਕਮਾਂ ਤੋਂ, ਮੈਂ ਉਸ ਦੇ ਲਬਾਂ ਦੇ ਹੁਕਮਾਂ ਤੋਂ ਹਟਿਆ ਨਹੀਂ, ਤੇ ਮੈਂ ਜ਼ਰੂਰੀ ਖੁਰਾਕ ਤੋਂ ਜ਼ਿਆਦਾ ਉਸ ਦੇ ਮੂੰਹ ਦੀਆਂ ਗੱਲਾਂ ਦਾ ਜ਼ਖੀਰਾ ਕੀਤਾ। ਤੇ ਨਾ ਸਿਰਫ ਇਹਦਾ ਜ਼ਖੀਰਾ ਕਰਨਾ, ਬਲਕਿ ਇਸ ਜ਼ਖੀਰੇ ਨੂੰ ਅੱਗੇ ਵੰਡਣਾ। ਅਗਰ ਅਸੀਂ ਇਸ ਜ਼ਖੀਰੇ ਨੂੰ, ਇਸ ਖੁਰਾਕ ਨੂੰ, ਇਸ ਇਲਮ ਨੂੰ ਅੱਗੇ ਨਹੀਂ ਪਹੁੰਚਾਉਂਦੇ, ਤੇ ਫਿਰ ਜਿਸ ਦਿਨ ਖੁਦਾਵੰਦ ਯਿਸੂ ਮਸੀਹ ਆਵੇਗਾ, ਸਾਡੇ ਤੇ ਇਲਜ਼ਾਮ ਲੱਗੇਗਾ। ਪਹਿਲਾ ਕੁਰਿੰਥੀਓ ਪਹਿਲਾ ਬਾਬ 4 ਆਇਤ ਤੋਂ ਪੜ੍ਹ ਕੇ ਵੇਖ ਲਵੋ। ਲਿਖਿਆ ਮਿਲਦਾ ਹੈ, ਮੈਂ ਖੁਦਾਵੰਦ ਦੇ ਉਸ ਫਜ਼ਲ ਦੇ ਬਾਅਦ ਜਿਹੜਾ ਮਸੀਹ ਯਿਸੂ ਵਿੱਚ ਹੁੰਦਿਆਂ ਹੋਇਆਂ, ਕਹਿੰਦਾ ਤੁਹਾਡੇ ਉੱਤੇ ਹੋ ਗਿਆ ਆਪਣੇ ਰੱਬ ਦਾ ਸ਼ੁਕਰ ਕਰਨਾ ਕਿ ਤੁਸੀਂ ਉਸ ਦੇ ਵਿੱਚ ਹੋ ਕੇ ਕਲਾਮ ਤੇ ਇਲਮ ਦੀ ਦੌਲਤ 'ਚ, ਕਲਾਮ ਤੇ ਇਲਮ ਦੀ ਦੌਲਤ ਦੇ ਵਿੱਚ ਤੁਸੀਂ ਦੌਲਤਮੰਦ ਬਣ ਗਏ ਹੋ, ਤੇ ਮਸੀਹ ਦੀ ਗਵਾਹੀ, ਤੁਸੀਂ ਮਸੀਹ ਦੀ ਗਵਾਹੀ ਦੇ ਰਹੇ ਹੋ। ਅਸੀਂ ਗਵਾਹੀ ਤਾਂ ਦਿੰਦੇ ਹਾਂ, ਪਰ ਝੂਠੀਆਂ ਤਨਜ਼ੀਮਾਂ ਦੀ ਗਵਾਹੀ ਦਿੰਦੇ ਹਾਂ। ਤੀਤਸ ਪਹਿਲਾ ਬਾਬ 14 'ਚ ਲਿਖਿਆ, ਯਹੂਦੀਆਂ ਦੀਆਂ ਕਹਾਣੀਆਂ, ਉਹ ਇਹਨਾਂ ਬੰਦਿਆਂ ਦੇ ਹੁਕਮਾਂ ਤੇ ਅਮਲ ਨਾ ਕਰਿਓ। ਇਹੋ ਹੀ ਉਹ ਲੋਕ ਨੇ ਜਿਹੜੇ ਹੱਕ ਤੋਂ ਗੁੰਮਰਾਹ ਕਰਦੇ ਨੇ। ਅਸੀਂ ਕਹਾਣੀਆਂ ਹੀ ਸੁਣਾ ਕੇ ਤੇ ਜ਼ਮੀਨ ਤੋਂ ਚਲੇ ਜਾਂਦੇ ਹਾਂ। ਮੁਕਾਸ਼ਵਾ 22:15 'ਚ ਲਿਖਿਆ ਮਿਲਦਾ ਹੈ, ਝੂਠ ਦਾ ਕੜਨ ਵਾਲਾ ਤੇ ਪਸੰਦ ਕਰਨ ਵਾਲੇ ਦੋਨੇ ਬਾਹਰ ਰਹਿ ਜਾਣੇ ਨੇ। ਲੋਕਾਂ ਕੋ ਜਾਣੇ ਆ, ਝੂਠ ਕੱਢਦੇ ਆ, ਬੱਚਿਆਂ ਨੂੰ ਬਪਤਿਸਮਾ ਦਿੰਦੇ ਆ, ਜਿਹੜਾ ਸਰਾਸਰ ਝੂਠ ਹੈ। ਬਾਈਬਲ ਦੇ ਵਿੱਚ ਤੇ ਜ਼ਿਕਰ ਮਿਲਦਾ ਹੈ, ਬੱਚਿਆਂ ਨੂੰ ਖੁਦਾਵੰਦ ਯਿਸੂ ਮਸੀਹ ਨੇ ਬਰਕਤ ਦਿੱਤੀ ਸੀ, ਬਪਤਿਸਮੇ ਨਹੀਂ ਸੀ ਦਿੱਤੇ। ਰਸੂਲਾਂ ਦੇ ਈਮਾਲ 2 ਬਾਬ ਨੂੰ ਪੜ੍ਹ ਕੇ ਵੇਖ ਲਓ। ਜਿਸ ਲਈ ਕਲਾਮ ਕੀਤਾ, ਸਿੱਧੀਆਂ ਸਿੱਧੀਆਂ ਗੱਲਾਂ ਕੀਤੀਆਂ ਮੁਕੱਦਸ ਪਤਰਸ ਨੇ, ਤੇ ਲੋਕਾਂ ਨੂੰ ਆਖਿਆ 40 2 ਬਾਬ ਦੀ 40 ਕਿ ਆਪਣੇ ਆਪ ਨੂੰ ਟੇੜੀ ਕੌਮ ਤੋਂ ਬਚਾਇਓ, ਸੱਪ ਦੀ ਚਾਲ ਚੱਲਣ ਵਾਲਿਆਂ ਤੋਂ, ਝੂਠ ਕੱਢਣ ਵਾਲਿਆਂ ਤੋਂ। ਇਹਨਾਂ ਨੂੰ ਕਿਹਾ ਗਿਆ ਸੱਪ ਦੀ ਚਾਲ ਚੱਲਣ ਵਾਲੇ, ਟੇੜੀ ਚਾਲ ਚੱਲਦੇ। ਤੇ ਲਿਖਿਆ ਬਚਾਇਓ, ਮੁਕੱਦਸ ਪਤਰਸ ਨੇ ਆਖਿਆ। ਤੇ ਫਿਰ ਲਿਖਿਆ ਜਿਹਨਾਂ ਲੋਕਾਂ ਨੇ ਕਲਾਮ ਨੂੰ ਕਬੂਲ ਕੀਤਾ ਸੀ, ਬਪਤਿਸਮਾ ਉਹਨਾਂ ਨੇ ਲਿਆ ਸੀ। ਖੁਦਾਵੰਦ ਯਿਸੂ ਮਸੀਹ ਯਹੋਨਾ ਦੀ ਅੰਜੀਲ 3 ਬਾਬ 22 ਆਇਤ ਨੂੰ ਪੜ੍ਹੋ। ਲਿਖਿਆ ਹੈ, ਜਦੋਂ ਯਹੂਦੀਆ ਦੇ ਮੁਲਕ ਵਿੱਚ ਆਇਆ ਹੈ ਤੇ ਸ਼ਾਗਿਰਦ ਨਾਲ ਨੇ, ਤੇ ਸ਼ਾਗਿਰਦਾਂ ਦੇ ਨਾਲ ਰਹਿ ਕੇ ਉਹਨੇ ਫਿਰ ਲੋਕਾਂ ਨੂੰ ਬਪਤਿਸਮੇ ਦਿੱਤੇ ਨੇ। ਤੇ ਇਸ ਗੱਲ ਦੇ ਬਾਰੇ ਫਿਰ ਯਹੋਨਾ ਦੇ ਸ਼ਾਗਿਰਦਾਂ ਦੀ
ਫਰੀਸੀਆਂ ਦੇ ਨਾਲ ਤਹਾਰਤ ਦੀ ਬਾਬਤ ਬਹਿਸ ਹੋਈ ਤੇ ਉਹ ਆਪਣੇ ਉਸਤਾਦ ਦੇ ਕੋਲ ਆਏ ਤੇ ਕਹਿਣ ਲੱਗੇ, ਦੇਖ ਉਸਤਾਦ ਹੈ ਰੱਬੀ, ਜਿਸ ਨੂੰ ਤੂੰ ਬਪਤਿਸਮਾ ਦੇਤਾ ਉਹ ਵੀ ਦੇਣਾ ਸ਼ੁਰੂ ਕਰ ਦਿੱਤੇ ਨੇ। ਉਸਨੇ ਵੀ ਯਾਨਾ ਨੇ ਆਖਿਆ, ਜ਼ਰੂਰ ਇਹ ਵਧੇ ਤੇ ਮੈਂ ਘਟਾਂ, ਕਿਉਂਕਿ ਉੱਪਰੋਂ ਹੈ ਤੇ ਜਿਹੜਾ ਉੱਪਰੋਂ ਹੈ ਸਭ ਤੋਂ ਉੱਪਰ ਹੈ। ਯੂਹੰਨਾ 4 ਬਾਬ ਨੂੰ ਪੜ੍ਹ ਕੇ ਵੇਖੋ, ਲਿਖਿਆ ਜਦੋਂ ਫਰੀਸੀਆਂ ਨੂੰ ਪਤਾ ਚੱਲਿਆ ਹੈ ਕਿ ਖੁਦਾਵੰਦ ਯਿਸੂ ਮਸੀਹ ਯੂਹੰਨਾ ਤੋਂ ਜ਼ਿਆਦਾ ਸ਼ਾਗਿਰਦ ਕਰਦਾ ਤੇ ਬਪਤਿਸਮਾ ਦਿੰਦਾ ਹੈ, ਬੱਚਿਆਂ ਨੂੰ ਸ਼ਾਗਿਰਦ ਨਹੀਂ ਸੀ ਕਰਦਾ। ਇਸ ਕਰਕੇ ਬਈ ਝੂਠ ਦਾ ਕੱਢਣ ਵਾਲਾ ਤੇ ਪਸੰਦ ਕਰਨ ਵਾਲੇ, ਅਗਰ ਇਹ ਝੂਠੀਆਂ ਤਨਜ਼ੀਮਾਂ ਝੂਠ ਕੱਢਦੀਆਂ ਨੇ ਤੇ ਅਸੀਂ ਕਿਉਂ ਪਸੰਦ ਕਰਨੇ ਜਦ ਸਾਡੇ ਕੋਲ ਬਾਈਬਲ ਹੈ, ਕਲਾਮ ਹੈ, ਹੱਕ ਦੀ ਗੱਲ ਹੈ, ਜ਼ਿੰਦਗੀ ਦੀ ਰੋਟੀ ਹੈ, ਜ਼ਿੰਦਗੀ ਦਾ ਪਾਣੀ ਹੈ। ਯਰਮੀਆ 15 ਬਾਬ 16 ਚ ਲਿਖਿਆ, ਤੇਰਾ ਕਲਾਮ ਮਿਲਿਆ, ਮੈਂ ਉਸ ਨੂੰ ਨੋਸ਼ ਕੀਤਾ, ਉਹ ਮੇਰੀ ਖੁਰਾਕ ਬਣਿਆ। ਜਦੋਂ ਮੈਂ ਉਹਨੂੰ ਨੋਸ਼ ਕੀਤਾ, ਕਹਿੰਦਾ ਮੈਨੂੰ ਖੁਸ਼ੀ ਬੜੀ ਮਿਲੀ, ਮੈਂ ਤੇਰੇ ਨਾਂ ਤੋਂ ਕਲਾਉਣਾ। ਉਹ ਇੱਕ ਤਰਫ ਭਰਾਓ ਗੰਦ ਮੰਨਦੇ। ਮੁਕੱਦਸ ਪਤਰਸ ਦੇ ਖਤ ਨੂੰ ਪੜੋ, ਪਹਿਲਾ ਪਤਰਸ ਪਹਿਲਾ ਬਾਬ 9 ਚ ਲਿਖਿਆ ਹੈ, ਸਾਡੇ ਈਮਾਨ ਦਾ ਮਕਸਦ ਰੂਹਾਂ ਦੀ ਨਜਾਤ, ਰੂਹਾਂ ਬਰਬਾਦ ਕਰਨਾ ਨਿਗਾ, ਬਲਕਿ ਰੂਹਾਂ ਦੀ ਨਜਾਤ ਹੈ ਕਿ ਰੂਹਾਂ ਨਜਾਤ ਪਾਉਣ। ਤੇ ਪਹਿਲਾ ਤੀਮੋਥੀ 4 ਬਾਬ 16 ਚ ਲਿਖਿਆ ਹੈ ਕਿ ਕਿਵੇਂ ਨਜਾਤ ਲੋਕ ਪਾਉਣਗੇ ਤੇ ਅਸੀਂ ਵਸੀਲਾ ਬਣਾਂਗੇ ਲੋਕਾਂ ਨੂੰ ਨਜਾਤ ਦੇਣ ਦਾ। ਪੌਲੁਸ ਰਸੂਲ ਨੇ ਆਖਿਆ, ਜਦੋਂ ਤੈਨੂੰ ਆਪਣੀ ਤਾਲੀਮ ਦੀ ਪਛਾਣ ਹੋ ਜਾਏਗੀ ਕਿ ਮੈਂ ਕੌਣ ਹੈ, ਮੈਂ ਮਸੀਹੀ, ਮੈਂ ਮੰਨਣਾ ਕਿਹਨੂੰ ਆ, ਮਸੀਹ ਦੀਆਂ ਗੱਲਾਂ ਨੂੰ, ਮੈਂ ਕਾਇਮ ਕਿਹਨਾਂ ਤੇ ਰਹਿਣਾ, ਮਸੀਹ ਦੀਆਂ ਗੱਲਾਂ ਤੇ, ਮੈਂ ਦੱਸਣੀਆਂ ਕੀ ਇਹ ਮਸੀਹ ਦੀਆਂ ਗੱਲਾਂ। ਲਿਖਿਆ, ਤੂੰ ਆਪਣੀ ਤਾਲੀਮ ਦੀ ਖਬਰਗੀਰੀ ਕਰ ਤੇ ਉਹੀ ਤਾਲੀਮ ਜਿਹੜੀ ਤੇਰੀ ਤਾਲੀਮ ਹੈ, ਯਾਨੀ ਬਾਈਬਲ ਦੀ, ਇਹਦੇ ਤੇ ਕਾਇਮ ਰਵੀਂ। ਤੇ ਜਦੋਂ ਤੂੰ ਇਹਦੇ ਤੇ ਕਾਇਮ ਰਹੇਗਾ ਤੇ ਤੂੰ ਆਪਣੇ ਸੁਣਨ ਵਾਲਿਆਂ ਦੀ ਨਜਾਤ ਦਾ ਸਬਬ, ਜਿਹਨੂੰ ਅੱਗੇ ਤੂੰ ਸੁਣਾ ਲੇਗਾ, ਹੱਕ ਦੀ ਗੱਲ, ਨਜਾਤ ਦਾ ਸਬਬ ਬਣੇਗਾ। ਯਿਸੂ ਮਸੀਹ ਨਜਾਤ ਦੇਂਦਾ, ਉਹ ਨਜਾਤ ਤੈਨੂੰ ਦੇ ਗਿਆ ਕਿ ਹੁਣ ਤੂੰ ਵੀ ਅੱਗੇ ਦਵੀਂ। ਇਸੇ ਕਰਕੇ ਲੂਕਾ ਪਹਿਲਾ ਬਾਬ ਪਹਿਲੀ ਚ ਲਿਖਿਆ, ਬਹੁਤ ਸਾਰੇ ਲੋਕਾਂ ਨੇ ਕਮਰ ਨੂੰ ਕੱਸ ਲਿਆ। ਕਾਹਦੇ ਲਈ ਕੱਸ ਲਿਆ ਬਈ? ਅਸੀਂ ਨਜਾਤ ਪਾਈਏ, ਅਸੀਂ ਲੋਕਾਂ ਨੂੰ ਨਜਾਤ ਦੇਣੀ। ਕਿਸ ਤਰ੍ਹਾਂ? ਜਿਸ ਤਰ੍ਹਾਂ ਤਰਤੀਬਵਾਰ ਕਲਾਮ ਨੇ ਉਸ ਤਰ੍ਹਾਂ ਬਿਆਨ ਕਰਨਾ, ਬਾਹਰੋਂ ਨਹੀਂ ਗੱਲਾਂ ਕਰਨੀਆਂ। ਦੂਸਰਾ ਕਰੰਥੀ 2 ਬਾਬ 17 ਨੂੰ ਪੜ੍ਹੋ, ਪੌਲੁਸ ਰਸੂਲ ਕਹਿੰਦਾ, ਸਾਡਾ ਸ਼ੁਮਾਰ ਉਹਨਾਂ ਬੰਦਿਆਂ ਦੇ ਵਿੱਚੋਂ ਨਿਗਾ ਜਿਹੜੇ ਬੰਦੇ ਖੁਦਾ ਦੀ ਕਲਾਮ ਦੇ ਵਿੱਚ ਅਮੇਜ਼ਿਸ਼ ਮਿਲਾਵਟਾਂ ਕਰਦੇ ਨੇ। ਕਹਿੰਦਾ ਸਾਡਾ ਨਹੀਂ ਸ਼ੁਮਾਰ ਉਹਨਾਂ ਦੇ ਵਿੱਚੋਂ। ਅਸੀਂ ਕਹਿੰਦਾ ਦਿਲ ਦੀ ਸਫਾਈ ਨਾਲ ਖੁਦਾ ਦੀ ਤਰਫੋਂ ਖੁਦਾ ਨੂੰ ਹਾਜ਼ਰ ਜਾਣ ਕੇ ਤੇ ਕਹਿੰਦਾ ਮਸੀਹ ਚ ਬੋਲਨੇ ਆ। ਤੇ ਮਸੀਹ ਕਹਿੰਦਾ ਬੱਚਿਆਂ ਨੂੰ ਵੀ ਦੇ ਦਿਆ ਕਰੋ ਬਪਤਿਸਮਾਂ ਤੇ ਵੱਡਿਆਂ ਨੂੰ ਵੀ ਦੇ ਲਿਆ ਕਰੋ। ਨਹੀਂ, ਇਹ ਤੇ ਝੂਠੇ ਤੇ ਫਰੇਬੀ ਤੇ ਸ਼ਿਕਾਰੀ ਲੋਕ ਹੈ ਜਿਹੜੇ ਬੱਚਿਆਂ ਨੂੰ ਬਪਤਿਸਮਾਂ ਦੇਣ ਰਹੇ ਨੇ। ਮਸੀਹ ਨੇ ਤੇ ਮਰਕਸ 16 ਬਾਬ 16 ਚ ਆਖਿਆ, ਜਿਹੜਾ ਈਮਾਨ ਲਿਆਵੇ ਉਹ ਬਪਤਿਸਮਾਂ ਲਵੇ, ਉਹ ਨਜਾਤ ਪਾਏਗਾ। ਜਿਹੜਾ ਈਮਾਨ ਨਾ ਲਿਆਵੇ ਉਹ ਮੁਜਰਮ ਠਹਿਰਾਇਆ ਜਾਏਗਾ। ਬੱਚਾ ਈਮਾਨ ਨਹੀਂ ਲਿਆਉਂਦਾ ਤੇ ਮੁਜਰਮ ਨਾ ਬਣਾਈਏ। ਅਬਰਾਨੀਆਂ 5 ਬਾਬ 13 ਚ ਵੀ ਲਿਖਿਆ, ਦੁੱਧ ਪੀਂਦੇ ਨੂੰ ਰਾਸਤਬਾਜ਼ੀ ਦੇ ਕਲਾਮ ਦਾ ਕੋਈ ਤਜਰਬਾ ਨਹੀਂਗਾ, ਕਿਉਂਕਿ ਉਹ ਬੱਚਾ ਹੈ। ਰਸੂਲਾਂ ਨੇ ਇਮਾਲ 2 ਬਾਬ 41 ਨੂੰ ਪੜ੍ਹ ਲਓ, ਲਿਖਿਆ, ਜਿਨ੍ਹਾਂ ਲੋਕਾਂ ਨੇ ਕਲਾਮ ਨੂੰ ਕਬੂਲ ਕੀਤਾ ਸੀ ਬਪਤਿਸਮਾਂ ਤੇ ਉਹਨਾਂ ਲਿਆ ਸੀ।
ਉਹ ਇਸ ਕਰਕੇ ਭਰਾਓ, ਅਗਰ ਕੋਈ ਝੂਠ ਘੜਦਾ ਹੈ ਤੇ ਅਸੀਂ ਪਸੰਦ ਨਾ ਕਰੀਏ। ਉਹ ਅਸੀਂ ਵੀ ਪਸੰਦ ਕਰਦੇ ਹਾਂ ਤੇ ਸਾਡੇ ਬੱਚਿਆਂ ਨੂੰ ਬਪਤਿਸਮਾ ਦਿੰਦੇ ਨੇ। ਅਸੀਂ ਕਲਾਮ ਨੂੰ ਰੱਦ ਕਰਨੇ, ਤਰਕ ਕਰਨੇ ਆ ਜਿਹੜਾ ਸਾਡੇ ਘਰਾਂ 'ਚ, ਸਾਡੇ ਕੋਲ, ਮੋਬਾਈਲਾਂ 'ਚ। ਕਿਉਂ ਨਹੀਂ ਅਸੀਂ ਆਉਣ ਵਾਲਿਆਂ ਨਾਲ ਗੱਲ ਕਰੀਏ ਕਿ ਬਾਈ ਤੁਸੀਂ ਕਿਹੜੀ ਤਾਲੀਮ ਦੇ ਰਹੇ ਹੋ, ਕਿਹੜੀਆਂ ਗੱਲਾਂ ਕਰ ਰਹੇ ਹੋ, ਬਾਈਬਲ ਤੋਂ ਹਟ ਕੇ ਕਰਦੇ ਪਏ ਹੋ, ਕਹਾਣੀਆਂ ਸੁਣਾਉਣ ਡਏ ਹੋ। ਸੋ ਅੱਜ ਵੇਲਾ ਹੈ, ਜੁਰਤ ਕਰੀਏ, ਹੱਕ ਦੀ ਗੱਲ ਕਰੀਏ, ਕਿਉਂਕਿ ਅਮਸਾਲ 23:16 'ਚ ਲਿਖਿਆ, ਜਦੋਂ ਤੇਰੇ ਮੂੰਹ ਚੋਂ ਰੱਬ ਸਾਡਾ ਮੂੰਹ ਖੁਲਾਉਂਦਾ, ਅਸੀਂ ਡਰਦੇ ਮੂੰਹ ਨਹੀਂ ਖੋਲਦੇ। ਕਹਿੰਦਾ ਉਸ ਵੇਲੇ ਮੇਰਾ ਦਿਲ ਸ਼ਾਦਮਾਨ ਹੋਣਾ ਹੀ। ਜਿਸ ਵੇਲੇ ਤੂੰ ਮੂੰਹ ਖੋਲਿਆ, ਤੂੰ ਝੂਠਿਆਂ ਨੂੰ ਕਹਿਤਾ ਤੂੰ ਝੂਠਾ, ਉਹ ਤੂੰ ਫਰੇਬੀ, ਤੂੰ ਸ਼ਿਕਾਰੀ। ਭਰਾਓ, ਜਿਸ ਵੇਲੇ ਕਲਾਮ ਫੈਲਾਇਆ, ਇਹ ਸ਼ਿਕਾਰੀ ਲੋਕ, ਇਹ ਝੂਠੇ ਲੋਕ, ਰਸੂਲਾਂ ਦੀ ਇਮਾਲ 6:7 ਨੂੰ ਪੜ੍ਹ ਲਓ। ਲਿਖਿਆ ਯਰੂਸ਼ਲਮ ਦੇ ਕਲਾਮ ਫੈਲਦਾ ਗਿਆ। ਫਿਰ ਉੱਥੇ ਸ਼ਾਗਿਰਦਾਂ ਦਾ ਜਦੋਂ ਸ਼ੁਮਾਰ ਵਧਿਆ ਤੇ ਫਿਰ ਕੋਹਨਾ ਦੀ ਬੜੀ ਗਰੋਹ ਦੀਨ ਦੇ ਤਹਿਤ ਹੋਈ। ਅਗਰ ਚਾਹੁੰਦੇ ਆ ਕਿ ਲੋਕ ਦੀਨ ਦੇ ਤਹਿਤ ਹੋਣ ਤੇ ਫਿਰ ਅੱਜ ਵੇਲਾ ਹੈ ਕਲਾਮ ਨੂੰ ਫੈਲਾਈਏ, ਕਲਾਮ ਦੀਆਂ ਗੱਲਾਂ ਕਰੀਏ, ਹੱਕ ਦੀ ਬੋਲੀ ਬੋਲੀਏ, ਆਪਣੇ ਮੂੰਹ ਨੂੰ ਖੋਲੀਏ। ਕਿਉਂਕਿ ਜ਼ਬੂਰ 119 ਉਹਦੀ 43 ਐ 'ਚ ਲਿਖਿਆ ਹੈ, ਹੱਕ ਗੱਲ ਨੂੰ ਮੇਰੇ ਮੂੰਹ ਤੋਂ, ਇਸ ਕਰਕੇ ਆਪਣਾ ਮੂੰਹ ਖੋਲਣਾ ਪਏਗਾ। ਕਹਿੰਦਾ ਜਦਾ ਨਾ ਕਰਤੇ, ਯਰਮੀਆਂ 2:31 ਐ 'ਚ ਕਿਹਾ ਗਿਆ ਹੈ, ਇਸ ਪੁੱਛਦੇ ਲੋਗੋ ਖੁਦਾ ਦੇ ਕਲਾਮ ਦਾ ਲਿਹਾਜ਼ ਕਰਿਓ, ਝੂਠੇ ਤੇ ਫਰੇਬੀ ਤੇ ਸ਼ਿਕਾਰੀ ਲੋਕਾਂ ਦਾ ਲਿਹਾਜ਼ ਨਾ ਕਰਿਓ। ਤੇ ਕਲਾਮ ਦਾ ਲਿਹਾਜ਼ ਕਰਿਓ। ਜੇਕਰ ਕਲਾਮ ਦਾ ਲਿਹਾਜ਼ ਅਸੀਂ ਕਰਾਂਗੇ ਤੇ ਕਲਾਮ ਸਾਡਾ ਲਿਹਾਜ਼ ਕਰੇਗਾ। ਜੇ ਕਲਾਮ ਨੂੰ ਅਸੀਂ ਰੱਦ ਕਰਾਂਗੇ, ਝੂਠਿਆਂ ਦੇ ਮਗਰ ਲੱਗਾਂਗੇ, ਫਰੇਬੀਆਂ ਦੇ ਮਗਰ ਲੱਗਾਂਗੇ, ਉਹ ਜਿਨ੍ਹਾਂ ਦੇ ਉੱਤੇ, ਉਹ ਜਿਨ੍ਹਾਂ ਦਾ ਤੇ ਖੁਦਾ ਹੀ ਦੁਸ਼ਮਣ ਬਣ ਗਿਆ, ਮੁਖਾਲਫ ਹੋ ਗਿਆ ਹੈ। ਕਿਉਂਕਿ ਯਰਮੀਆਂ 23:28 ਤੋਂ 36 ਤੱਕ ਪੜ੍ਹ ਕੇ ਵੇਖ ਲਓ। ਲਿਖਿਆ ਜਿਸ ਨਬੀ ਕੋ ख्वाब ਉਹ ख्वाब ਦੱਸੇ ਤੇ ਜਿਹਦੇ ਕੋਲ ਮੇਰਾ ਕਲਾਮ ਹੈ, ਇਸ ਨੂੰ ਦਿਆਨਤਦਾਰੀ ਨਾਲ ਸੁਣਾਵੇ, ਇਹਨੂੰ ਠੂਠਾ ਸਮਝ ਕੇ ਤੇ ਮੰਗਣ ਨਾ ਚੜੇ, ਇਹਨੂੰ ਸੁਣਾਵੇ ਤੇ ਫਿਰ ਹਦੀਆ ਵੀ ਲਵੇ। ਕਿਉਂਕਿ ਲਿਖਿਆ ਮਜ਼ਦੂਰੀ ਦਾ ਹੱਕਦਾਰ ਹੈ, ਮਜ਼ਦੂਰੀ ਤੇ ਕਰੇ, ਉਹ ਕਲਾਮ ਤੇ ਸੁਣਾਵੇ, ਰੂਹ ਦੀ ਤਲਵਾਰ ਤੇ ਚਲਾਵੇ। ਕਹਾਣੀਆਂ ਸੁਣਾ ਕੇ ਅਸੀਂ ਆ ਜਾਂਦੇ ਹਾਂ ਤੇ ਆਸਰਾ ਬਾਈਬਲ ਦਾ ਲੱਭਨੇ। ਯਰਮੀਆਂ 48:10 'ਚ ਲਿਖਿਆ, ਜਿਹੜਾ ਖੁਦਾ ਦਾ ਕੰਮ ਬੇਪਰਵਾਹੀ ਨਾ ਕਰਦਾ ਹੈ ਤੇ ਆਪਣੀ ਤਲਵਾਰ ਨੂੰ ਖੂਨ ਰੇਜ਼ੀ ਤੋਂ ਬਾਜ਼ ਰੱਖਦਾ ਹੈ, ਉਹ ਮਲਾਉਨ ਹੋਵੇਗਾ, ਮਲਾਉਨ। ਇਸ ਕਰਕੇ ਇਹਦੀਆਂ ਗੱਲਾਂ ਕਰੀਏ, ਫਿਰ ਹੱਕ ਬਣਦਾ ਹੈ, ਹਦੀਆ ਸਾਡੇ ਤੇ ਵਾਜਬ ਫਿਰ ਬਣਦਾ ਕਿ ਰੂਹਾਂ ਬਚਾਈਏ। ਇਹ ਵੇਲੇ, ਇਹ ਦਿਹਾੜੇ, ਕਿਤੇ ਮੌਕੇ ਬਾਰ-ਬਾਰ ਆਉਣੇ ਆ ਕਿ ਕਬਰਾਂ 'ਚ ਜਾ ਕੇ ਜੀ ਰੂਹਾਂ ਬਚਾ ਲਾਂਗੇ। ਨਹੀਂ, ਇਹਦਾ ਹਿਸਾਬ ਹੋਣਾ ਹੈ। ਪਹਿਲਾ ਕਰੰਥੀਓ ਪਹਿਲਾ ਬਾਬ 4 ਤੋਂ ਪੜ੍ਹ ਲਓ। ਰਸੂਲ ਕਹਿੰਦਾ, ਮੈਂ ਖੁਦਾਵੰਦ ਦੇ ਉਸ ਫਜ਼ਲ ਦੇ ਬਾਅਦ ਜਿਹੜਾ ਮਸੀਹ ਯਿਸੂ ਵਿੱਚ ਹੁੰਦੇ ਆ ਤੁਹਾਡੇ ਉੱਤੇ ਹੋ ਗਿਆ, ਆਪਣੇ ਰੱਬ ਦਾ ਸ਼ੁਕਰ ਕਰਨਾ ਕਿ ਤੁਸੀਂ ਉਸ ਦੇ ਵਿੱਚ, ਯਾਨੀ ਮਸੀਹ 'ਚ ਹੋ ਕੇ ਕਲਾਮ ਤੇ ਇਲਮ ਦੀ ਦੌਲਤ 'ਚ ਦੌਲਤਮੰਦ ਬਣ ਗਏ ਹੋ ਤੇ ਮਸੀਹ ਦੀ ਗਵਾਹੀ, ਤੁਸੀਂ ਮਸੀਹ ਦੀ ਗਵਾਹੀ ਦੇ ਰਹੇ ਹੋ। ਇੱਥੋਂ ਤੱਕ ਕਿਸੇ ਨਿਮਤ ਦੇ ਵਿੱਚ ਘੱਟ ਨਹੀਂ, ਤੇ ਖੁਦਾਵੰਦ ਯਿਸੂ ਮਸੀਹ ਦੇ ਜ਼ਹੂਰ ਦੇ ਮੁੰਤਜ਼ਰ ਹੋ, ਤੇ ਇਹੋ ਹੀ ਗਵਾਹੀ ਆਖਰ ਤੱਕ ਤੁਹਾਨੂੰ ਕਾਇਮ ਵੀ ਰੱਖੇਗੀ। ਤੇ ਉਸ ਦਿਨ, ਜਿਸ ਦਿਨ ਉਹ ਆਵੇਗਾ, ਤੁਸੀਂ ਬੇਇਲਜ਼ਾਮ ਠਹਿਰੋਗੇ, ਤੁਹਾਡੇ ਤੇ ਇਲਜ਼ਾਮ ਨਹੀਂ ਲੱਗੇਗਾ, ਕਿਉਂਕਿ ਤੁਸੀਂ ਰੂਹਾਂ ਬਚਾਈਆਂ ਹੈ, ਤੁਸੀਂ ਰੂਹਾਂ ਬਰਬਾਦ ਨਹੀਂ ਕੀਤੀਆਂ।
ਦਲੇਰੀ ਕਰੀਏ। ਕਲਾਮ ਖੋਲੇ ਯਰਮੀਆ 23 ਬਾਬ 28 ਤੋਂ 36 ਤੱਕ ਪੜ੍ਹ ਕੇ ਵੇਖ ਲਓ। ਲਿਖਿਆ ਮਿਲਦਾ ਜਿਸ ਨਬੀ ਕੋ ख्वाब दसे ਜਿਹਦੇ ਕੋ ਮੇਰਾ ਕਲਾਮ ਹੈਗਾ ਏ ਉਹ ਇਸ ਨੂੰ ਦਿਆਨਤਦਾਰੀ ਨਾ ਸੁਣਾਵੇ, ਬਦਿਆਨਤ ਨਾ ਬਣੇ। ਲਿਖਿਆ ਗੀਵ ਨੂੰ ਬੂਸੇ ਨਾਲ ਕੀ ਨਿਸਬਤ, ਉਹ ਤੂੜੀ ਦਾਣਾ ਖਾਨਾ ਹੈ। ਡੰਗਰਾਂ ਤੂੜੀ ਤੇ ਛੱਡ ਆਉਂਦੇ ਪੈਲੀਆਂ 'ਚ, ਦਾਣੇ ਘਰ ਲਿਆਉਂਦੇ ਆ, ਮਾਈਆਂ ਧੋਂਦੀਆਂ, ਛੱਟਦੀਆਂ, ਬਣਾਉਂਦੀਆਂ, ਸੁਕਾਉਂਦੀਆਂ, ਫੇਰ ਭਿਉਂਦੀਆਂ, ਤੇ ਜਦੋਂ ਆਟਾ ਬਣ ਕੇ ਘਰ ਆ ਜਾਂਦਾ ਫੇਰ ਵੀ ਛਾਣਦੀਆਂ, ਰੋਟੀ ਬਣਾ ਕੇ ਤੇ ਕੋਸ਼ਿਸ਼ ਕਰਦੀਆਂ ਕਿ ਜੇ ਕੋਈ ਘਿਓ ਵੀ ਦੇਸੀ ਲੱਭ ਜਾਏ ਨਾ, ਉਹ ਲੱਗ ਜਾਏ ਤੇ ਹੋਰ ਮਜ਼ਾ ਆ ਜੂ ਰੋਟੀ ਦਾ। ਇਸ ਤਰ੍ਹਾਂ ਰੋਟੀ ਖਾਂਦੇ। ਅਫਸੋਸ ਤੇ ਜ਼ਿੰਦਗੀ ਦੀ ਰੋਟੀ 'ਚ ਮਿਲਾਵਟਾਂ ਕਰਦੇ। ਆਪਣੀ ਰੋਟੀ ਇੰਨੀ ਸਾਫ਼ ਸੁਥਰੀ ਤੇ ਜ਼ਿੰਦਗੀ ਦੀ ਰੋਟੀ 'ਚ ਮਿਲਾਵਟਾਂ। ਤੇ ਜਦੋਂ ਕੋਈ ਜ਼ਿੰਦਗੀ ਦੀ ਰੋਟੀ 'ਚ ਮਿਲਾਵਟਾਂ ਕਰਦਾ ਹੈ ਤੇ 30 'ਚ ਲਿਖਿਆ ਖੁਦਾ ਕਹਿੰਦਾ ਮੈਂ ਤੇਰਾ ਮੁਖਾਲਫ ਹਾਂ, ਕਿਉਂਕਿ ਤੂੰ ਚੋਰ ਹੈ, ਤੂੰ ਮੇਰੀਆਂ ਗੱਲਾਂ ਚਰਾਉਣਾ, ਆਪਣੀਆਂ ਦੱਸਣਾ ਹੈ। 31 32 33 34 'ਚ ਖੁਦਾ ਕਹਿੰਦਾ ਮੈਂ ਤੇਰੇ ਘਰਾਣੇ ਨੂੰ ਇੰਨੀ ਤੇਰੀ ਮੇਰੀ ਮੁਖਾਲਫਤ ਪੈ ਗਈ ਏ ਕਿਉਂਕਿ ਤੂੰ ਮੇਰੇ ਕਲਾਮ ਦਾ ਲਿਹਾਜ਼ ਨਹੀਂ ਕੀਤਾ, ਕਲਾਮ ਨੂੰ ਰੱਦ ਕੀਤਾ। ਮੈਂ ਤੇਰੇ ਘਰਾਣੇ ਨੂੰ ਵੀ ਸਜ਼ਾ ਦੇਣੀ ਏ। ਔਰ 36 'ਚ ਕਹਿੰਦਾ ਤੇਰੀਆਂ ਗੱਲਾਂ ਜਿਹੜੀਆਂ ਤੂੰ ਕਹਾਣੀਆਂ ਸੁਣਾਉਣ ਡਿਆ, ਝੂਠ ਸੁਣਾਉਣ ਡਿਆ, ਉਹ ਲੋਕਾਂ ਦੇ ਬੱਚਿਆਂ ਨੂੰ ਬਪਤਿਸਮੇ ਦੇ ਕੇ ਮੁਜਰਮ ਬਣਾਉਣ ਡਿਆ, ਉਹ ਤੇਰੀਆਂ ਗੱਲਾਂ ਤੇਰੇ ਉੱਤੇ ਭਾਰ ਹੋਣੀਆਂ ਨੇ। ਨਬੀ ਕਹਿੰਦਾ ਤੂੰ ਰੱਬ ਦੇ ਕਲਾਮ ਨੂੰ ਵਿਗਾੜਿਆ, ਰੱਬ ਦੇ ਕਲਾਮ ਨੂੰ। ਤੇ ਆਓ ਫਿਰ ਕਲਾਮ ਦਾ ਲਿਹਾਜ਼ ਕਰੀਏ, ਵਿਗਾੜੀਏ ਨਾ, ਚੰਗੇ ਰਹਿ ਜਾਣਗੇ। ਆਪਣੇ ਮੂੰਹ ਨੂੰ ਖੁਦਾ ਦੀ ਜਲਾਲ ਲਈ ਖੋਲੀਏ, ਹੱਕ ਦੀ ਆਵਾਜ਼ ਲਈ ਖੋਲੀਏ, ਰੂਹਾਂ ਨੂੰ ਬਚਾ ਲਈਏ, ਆਪ ਬਚੀਏ, ਆਪਣੇ ਖਾਨਦਾਨ ਨਸਲਾਂ ਨੂੰ ਬਚਾਈਏ। ਕਿਉਂਕਿ ਯਰਮੀਆ 62 ਬਾਬ 6 'ਚ ਲਿਖਿਆ ਯਰੂਸ਼ਲਮ ਮੈਂ ਤੇਰੀਆਂ ਦੀਵਾਰਾਂ ਉੱਤੇ ਨਿਗਹਿਬਾਨ, ਅਸੀਂ ਅੰਨੇ ਬਣੇ ਹਾਂ। ਲਿਖਿਆ ਨਿਗਹਿਬਾਨ ਮੁਕਰਰ ਕੀਤੇ ਨੇ। ਇਹ ਨਿਗਹਿਬਾਨ ਦਿਨ ਤੇ ਰਾਤ ਕਦੀ ਖਾਮੋਸ਼ ਨਹੀਂ ਹੋਣਗੇ। ਇਹ ਖੁਦਾਵੰਦ ਦਾ ਜ਼ਿਕਰ ਕਰਨ ਵਾਲੇ, ਝੂਠੀਆਂ ਤਨਜ਼ੀਮਾਂ ਦਾ ਜ਼ਿਕਰ ਕਰਨ ਵਾਲੇ ਨਹੀਂ, ਬਲਕਿ ਖੁਦਾਵੰਦ ਦਾ ਜ਼ਿਕਰ ਕਰਨ ਵਾਲੇ ਹੋ। ਖਾਮੋਸ਼ ਨਾ ਹੋਇਓ, ਰੂਹਾਂ ਬਚਾਇਓ, ਆਪਣੇ ਈਮਾਨ ਦੇ ਮਕਸਦ ਨੂੰ ਜਾਣਿਓ ਕਿ ਸਾਡੇ ਈਮਾਨ ਦਾ ਮਕਸਦ, ਮੁਕੱਦਸ ਪਤਰਸ ਕਹਿੰਦਾ ਪਹਿਲਾ ਬਾਬ ਪਹਿਲੀ ਹੀ ਪਹਿਲਾ ਪਤਰਸ ਪਹਿਲਾ ਬਾਬ 9 'ਚ ਕਹਿੰਦਾ ਸਾਡੇ ਈਮਾਨ ਦਾ ਮਕਸਦ ਰੂਹਾਂ ਦੀ ਨਿਜਾਤ ਤੇ ਰੂਹਾਂ ਬਚਾਉਣੀਆਂ। ਅੱਜ ਵੇਲਾ ਹੈ ਰੂਹਾਂ ਨੂੰ ਬਰਬਾਦ ਕਰਨ ਵਾਲਿਆਂ ਤੋਂ ਰੂਹਾਂ ਬਚਾਈਏ, ਹੱਕ ਦੀ ਬੋਲੀ ਬੋਲੀਏ, ਚੰਗੇ ਰਹਿ ਜਾਣਗੇ। ਖੁਦਾਵੰਦ ਤੇਰਾ ਖਾਦਮ ਹੁੰਦੇ ਜਿਹੜਾ ਕਲਾਮ ਤੂੰ ਮੈਨੂੰ ਦਿੱਤਾ, ਉਸ ਕਲਾਮ ਨੂੰ ਪੂਰੀ ਦਿਆਨਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾਏ, ਸੇਮਾਨ ਤੇ ਉਮੀਦ ਨਾਲ ਪਹੁੰਚਾਏ ਕਿ ਤੇਰਾ ਕਲਾਮ ਲੋਕਾਂ ਦੇ ਕਦਮਾਂ ਲਈ ਚਿਰਾਗ, ਰਾਹ ਲਈ ਰੋਸ਼ਨੀ ਬਣੇ। ਝੂਠੇ ਅੰਬੋਆਂ, ਗੁਰੂਆਂ, ਡਿਨਾਮੀਨੇਸ਼ਨਾਂ, ਡੋਲਿਆਂ ਤੋਂ ਛਡਾਵੇ। ਬੰਦ ਜ਼ੇਨ ਯਿਸੂ ਨਾਂ ਤੋਂ ਖੁੱਲ੍ਹਣ, ਲੋਕ ਕਿਤਾਬੇ ਮੁਕੱਦਸ ਦੀਆਂ ਗੱਲਾਂ ਨੂੰ ਸਮਝਣ, ਦੂਸਰਿਆਂ ਨੂੰ ਦੱਸਣ, ਤੇਰੀ ਨਜ਼ਰ ਵਿੱਚ ਦਿਆਨਦਾਰ ਬਣਨ। ਤੇਰੇ ਪੁੱਤਰ ਨੇ ਆਖਿਆ ਜਿਹੜਾ ਸੱਚ ਤੋਂ ਵਾਕਫ ਹੋਵੇਗਾ, ਸੱਚ ਨੇ ਉਸ ਨੂੰ ਆਜ਼ਾਦ ਕਰਨਾ। ਤੇਰੇ ਲੋਕ ਆਜ਼ਾਦੀ ਪਾਉਣ, ਦੂਸਰਿਆਂ ਵਾਸਤੇ ਆਜ਼ਾਦੀ ਦਾ ਸਵਾਬ ਬਣ, ਆਪ ਬਚਣ, ਲੋਕਾਂ ਨੂੰ ਬਚਾਉਣ, ਆਪਣੇ ਖਾਨਦਾਨ ਬਚਾਉਣ, ਵੀ ਔਲਾਦ ਜੋੜੇ ਇਲਾਜ ਐਸੀ ਬਰਕਤ ਦੇ ਨਾਲ ਨਵਾਜ਼ੇ ਜਾਣ। ਇਬਾਦਤ ਕਰਨ ਤੇ ਖੁਦਾਵੰਦ ਤੇਰੀ ਕਰਨ, ਤੇ ਜਿਹੜੇ ਤੇਰੀ ਇਬਾਦਤ ਕਰਦੇ ਨੇ ਉਹਨਾਂ ਦੀ ਰੋਟੀ ਪਾਣੀ ਤੇ ਬਰਕਤ ਆਉਂਦੀ, ਬਿਮਾਰੀਆਂ ਉਹਨਾਂ ਦੇ ਘਰਾਂ ਚੋਂ ਭੱਜਦੀਆਂ ਨੇ। ਕਰੋਨਾ ਜੈਸੀ ਵਾਇਰਸ ਤੇਰੇ ਨਾਮ ਤੋਂ ਟਲੇ, ਬਿਮਾਰ ਲੋਕ ਤੇਰੇ ਨਾਮ ਤੋਂ ਚੰਗਿਆਈ ਪਾਉਣ, ਬਦਰੂ ਗ੍ਰਿਫਤਾ ਲੋਕ ਆਜ਼ਾਦੀ ਪਾਉਣ, ਤੇ ਬਦਰੂਆਂ ਤੋਂ ਵਿਗੜੀਆਂ ਝੂਠੀਆਂ ਤਨਜ਼ੀਮਾਂ, ਇਹ ਤੇ ਬਦਰੂਆਂ ਤੋਂ ਹੀ ਵਿਗੜੇ ਹੋਏ ਨੇ। ਯਿਸੂ ਨਾਂ ਤੋਂ ਨੇ ਤੇ ਇੱਥੋਂ ਭੇਡਾਂ ਆਜ਼ਾਦ ਹੋਣ, ਤੇ ਭੇਡਾਂ ਫਿਰ ਹੱਕ ਦੀ ਬੋਲੀ ਬੋਲਣ, ਅੰਜੀਲ ਸੁਣਾਉਣ। ਕਿਉਂਕਿ ਤੇਰੇ ਪੁੱਤ ਨੇ ਆਖਿਆ ਸੀ ਅੰਜੀਲੀ ਮਨਾਦ ਬਣਿਓ ਤੇ ਡਰਿਓ ਨਾ। ਤੇਰੇ ਲੋਕ ਅੰਜੀਲ ਸੁਣਾਓ,
ਇਹ ਸਭ ਕੁਝ ਮੰਗਣਾ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ ਆਮੀਨ। ਸੋ ਭਲਿਓ ਕਲਾਮ ਬੀਜੇ ਮੀਡੀਆ ਦਾ ਦੌਰ ਹੈ ਤੇ ਯੂੰ ਹੀ ਕੋਈ ਕਲਾਮ ਨੂੰ ਸ਼ੇਅਰ ਕਰਦਾ ਹੈ, ਕਲਾਮ ਦੇ ਬੀਜ ਦਾ ਛੱਟਾ ਪੂਰੀ ਦੁਨੀਆ 'ਚ ਦੇ ਦਿੰਦਾ ਹੈ। ਕਲਾਮ ਨੂੰ ਸ਼ੇਅਰ ਕਰੀਏ, ਚੈਨਲ ਨੂੰ ਲਾਈਕ ਕਰੀਏ, ਬੈਲ ਦਾ ਬਟਨ ਦਬਾਈਏ। ਮੇਰੇ ਚੈਨਲ ਦਾ ਨਾਂ ਹੈ YouTube ਤੇ ਰੱਬ ਦੀਆਂ ਗੱਲਾਂ। ਤੇ ਕੋਸ਼ਿਸ਼ ਕਰਿਓ ਇਸ ਚੈਨਲ ਦੇ ਬਾਰੇ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਦੱਸਿਓ ਤਾਂ ਕਿ ਉਹ ਵੀ ਸੁਣਨ ਤੇ ਬਰਕਤ ਪਾਉਣ, ਉਹਨਾਂ ਦੀਆਂ ਰੂਹਾਂ ਵੀ ਬਚਣ। ਖੁਦਾ ਤੈਨੂੰ ਬਰਕਤ ਦੇਵੇ।